हाँ जी बच्चों, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਕੰਪੀਟੀਸ਼ਨ ਵਾਰੀਅਰ ਤੇ। ਜਿਵੇਂ ਕਿ ਤੁਹਾਨੂੰ ਪਤਾ ਬੱਚਿਓ, ਆਪਣੇ ਕੋਲੇ ਜਿਹੜੇ ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਚੱਲ ਰਹੇ ਨੇ ਸ਼ਿਫਟ ਵਾਈਜ਼, ਆਪਾਂ ਕੁਝ ਉਹਦੇ ਕੁਐਸਚਨ ਡਿਸਕਸ ਕਰਾਂਗੇ ਬੱਚਿਓ। ਪਰਸੈਂਟੇਜ ਦਾ ਆਪਣਾ ਟੌਪਿਕ ਆ, ਉਹਦੇ ਆਪਾਂ ਕੁਐਸਚਨ ਡਿਸਕਸ ਕਰਾਂਗੇ ਜਿਹੜੇ ਆਪਣੇ ਕੋਲੇ ਕਾਂਸਟੇਬਲ ਦੇ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ। ਉਸ ਲੈਵਲ ਦੇ ਹੀ ਆਪਾਂ ਕੁਐਸਚਨ ਡਿਸਕਸ ਕਰਾਂਗੇ। ਹਾਂਜੀ ਬੱਚਿਓ, ਦੇਖੋ ਆਪਣਾ ਫਸਟ ਕੁਐਸਚਨ ਨੂੰ ਪੜੋ ਧਿਆਨ ਦੇ ਨਾਲ ਬੱਚਿਓ। ਕੀ ਕਿਹਾ ਹੋਏਗਾ, ਕਹਿੰਦੇ रवि ने 44% बच्चों 44% नंबर प्राप्त कर लिए। रवि ने कितने प्राप्त किए बच्चों? 44% नंबरां ਨੂੰ ਪ੍ਰਾਪਤ ਕਰ ਲਿਆ। ਉਸ ਤੋਂ ਬਾਅਦ ਬੱਚਿਓ 12 ਨੰਬਰਾਂ ਦੇ ਨਾਲ ਉਹ ਫੇਲ ਹੋ ਗਿਆ। 44% ਪ੍ਰਾਪਤ ਕਰਨ ਤੋਂ ਬਾਅਦ ਵੀ 12 ਨੰਬਰਾਂ ਦੇ ਨਾਲ ਬੱਚਿਓ ਉਹ ਫੇਲ ਹੋ ਗਿਆ। ਉਸ ਤੋਂ ਬਾਅਦ ਸੁਨੀਤਾ ਨੇ ਕੀ ਕੀਤਾ? 57% ਨੰਬਰਾਂ ਨੂੰ ਪ੍ਰਾਪਤ ਕੀਤਾ ਤੇ ਬੱਚਿਓ 27 ਨੰਬਰ ਉਹ ਜ਼ਿਆਦਾ ਲੈ ਗਈ। ਜਿੰਨੇ ਪਾਸ ਹੋਣ ਵਾਸਤੇ ਨੂੰ ਨੰਬਰ ਚਾਹੀਦੇ ਸੀ ਉਹਦੇ ਨਾਲੋਂ 27 ਨੰਬਰ ਬੱਚਿਓ ਉਹ ਜ਼ਿਆਦਾ ਲੈ ਗਈ। ਅੱਗੇ ਕਹਿੰਦੇ ਜਿਹੜੀ ਪ੍ਰਿਆ ਗਈ ਉਹਨੇ ਐਗਜ਼ਾਮ ਦੇ ਵਿੱਚੋਂ ਟੌਪ ਕੀਤਾ। ਜਿਹੜਾ ਪੇਪਰ ਸੀ ਉਹਦੇ ਵਿੱਚ ਪ੍ਰਿਆ ਨੇ ਕੀਤਾ ਟੌਪ ਕੀਤਾ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਕਾਂਸਟੇਬਲ ਦੇ ਪੇਪਰ ਦੇ ਵਿੱਚੋਂ ਟੌਪ ਕਰੋ। ਪ੍ਰਿਆ ਨੇ ਬੱਚਿਓ ਟੌਪ ਕੀਤਾਗਾ ਤੇ ਕਿੰਨੇ ਨੰਬਰ ਲੈਤੇ ਬੱਚਿਓ? 99% ਨੰਬਰ ਪ੍ਰਾਪਤ ਕੀਤੇ। ਕਿੰਨੇ ਬੱਚਿਓ? 99% ਨੰਬਰ ਪ੍ਰਾਪਤ ਕੀਤੇ ਨੇ। ਹੁਣ ਆਪਾਂ ਨੂੰ ਪੁੱਛ ਰਿਹਾ ਬੱਚਿਓ ਜਿਹੜੇ ਪ੍ਰਿਆ ਨੇ ਅੰਕ ਪ੍ਰਾਪਤ ਕੀਤੇ ਨੇ ਉਹ ਕਿੰਨੇ ਅੰਕ ਪ੍ਰਾਪਤ ਕੀਤੇ ਨੇ? ਜਿਹੜੇ ਪ੍ਰਿਆ ਨੇ ਅੰਕ ਕੀਤੇ ਨੇ ਬੱਚਿਓ ਦੇਖੋ, ਬਿਲਕੁਲ ਆਪਣਾ ਲੈਵਲ ਜਿਹੜਾ ਪੇਪਰ ਆ ਉਸ ਲੈਵਲ ਦੇ ਆਪਾਂ ਸਵਾਲਾਂ ਦੀ ਹੀ ਗੱਲ ਕਰ ਰਹੇ ਹਾਂ। देखो अगर अपन सॉल्व करिए बच्चों, सब तो पहला ਜਿਹੜਾ ਆਪਣੇ ਕੋਲ ਹੈਗਾ रवि ਦੀ ਗੱਲ ਹੋਈ ਹੈ। रवि ने बच्चों 44% नंबर लेते हैं। 44% नंबर ਤਾਂ ਲੈ ਗਿਆ, ਪਰ ਫਿਰ ਵੀ ਬੱਚੇ ਉਹਨੂੰ 12 ਨੰਬਰ ਘੱਟ ਆਏ ਨੇ ਪਾਸ ਹੋਣ ਤੋਂ। ਹਲੇ ਵੀ ਉਹ ਪਾਸ ਨਹੀਂ ਹੋਇਆ, ਉਹਨੂੰ 12 ਨੰਬਰ ਹੋਰ ਦੇਣੇ ਪੈਣਗੇ ਫਿਰ रवि ਪਾਸ ਹੋਊਗਾ। ਉਸ ਤੋਂ ਬਾਅਦ ਬੱਚਿਓ ਦੂਸਰਾ ਪਰਸਨ ਆਪਣੇ ਕੋਲ ਕੌਣ ਆ? ਸੁਨੀਤਾ। ਦੂਸਰਾ ਬੱਚਿਓ ਆਪਣੇ ਕੌਣ ਹੈ? ਸੁਨੀਤਾ। ਜਿਹੜੀ ਸੁਨੀਤਾ ਬੱਚਿਓ ਆਪਣੇ ਕੋਲੇ ਸੁਨੀਤਾ, ਉਹਨੂੰ ਕਿੰਨੇ ਮਿਲੇ ਨੇ ਬੱਚਿਓ? ਉਹਨੂੰ 57% ਨੰਬਰ ਮਿਲੇ ਨੇ ਤੇ ਪਾਸ ਨਾਲੋਂ ਬੱਚਿਓ 27 ਨੰਬਰ ਜ਼ਿਆਦਾ ਲੈ ਗਈ। ਪਾਸ ਨਾਲੋਂ ਕਿੰਨੇ ਨੰਬਰ ਜ਼ਿਆਦਾ ਲੈ ਗਈ? 27 ਨੰਬਰ ਬੱਚਿਓ ਪਾਸ ਨਾਲੋਂ ਜ਼ਿਆਦਾ ਲੈ ਗਈ। ਠੀਕ ਹੈ, ਹੁਣ ਦੇਖੋ ਬੱਚਿਓ ਜਿਹੜਾ ਰਵੀ ਆ ਉਹ ਕਿੰਨੇ ਲੈਂਦਾਗਾ? 44% ਨੰਬਰ ਲੈਂਦਾਗਾ, ਫਿਰ ਵੀ ਉਹ ਫੇਲ ਹੋ ਜਾਂਦਾ 12 ਨੰਬਰਾਂ ਦੇ ਨਾਲ। ਪਰ ਜਿਹੜੀ ਸੁਨੀਤਾ ਦੀ ਬੱਚਿਓ ਉਹ 57% ਨੰਬਰ ਲੈਂਦੀ ਆ ਤੇ 27 ਨੰਬਰ ਬੱਚਿਓ ਵੱਧ ਲੈ ਜਾਂਦੀ ਆ ਪਾਸ ਨਾਲੋਂ। ਹੁਣ ਦੇਖੋ ਬੱਚਿਓ ਇਹਨਾਂ ਦੇ ਵਿੱਚ ਪਰਸੈਂਟ ਦਾ ਕਿੰਨਾ ਅੰਤਰ ਹੈ? परसेंट का बच्चों अंतर हैगा 13% का। कितने परसेंट का अंतर है बच्चों? 13% का अंतर है। जेड़ा 13% का बच्चों अंतर है वो किन्ने परसेंट का? देखो 13 का किन्ने अंकां का अंतर है। देखो इधरों 12 नंबर बच्चों को घट मिलते हैं, इधरों 27 नंबर वध लै जांदागा। तां टोटल किन्ने हो गए बच्चों? 39 नंबर हो गए। जे दोवां नूं मैं जोड़ूंगा टोटल किन्ने हो गए? 39 नंबर हो गए बच्चों। 13% का अंतर है उन्हां दा। 13% के अंतर नाल 39 नंबरां दा फर्क पैंदागा। किन्ने दा बच्चों? 39 नंबरां दा फर्क पैंदागा। इस तो बाद बच्चों ਆਪਾਂ सॉल्व कर लैने आ। किस तरह सॉल्व करांगे? ਆਪਾਂ ਕਹਾਂਗੇ ਦੇ ਵਿੱਚੋਂ ਜਿਹੜਾ 13 ਨੰਬਰ ਨੇ 13% ਨੰਬਰ ਨੇ ਉਹ ਕਿਹਦੇ ਬਰਾਬਰ ਨੇ? 39% ਦੇ ਬਰਾਬਰ। ਠੀਕ ਹੈ, ਟੌਪ ਕਿਹਨੇ ਕੀਤਾ ਬੱਚਿਓ? ਜਿਹੜੀ ਟੌਪ ਕਰਦੀ ਆ ਉਹ ਕੌਣ ਕਰਦੀ ਆ? ਆਪਣੇ ਕੋਲੇ ਪ੍ਰਿਆ। ਪ੍ਰਿਆ ਨੇ ਬੱਚਿਓ ਟੌਪ ਕੀਤਾਗਾ। टॉप जो ने किया उन्होंने कितने नंबर आए ने? उन्होंने 99% नंबर आया बच्चों। 1% किहदे बराबर होगा? आप कहांगे 39/13। 1% आ गया। टॉपर नूं किन्ने आए बच्चों? 99%। तो आप 99 दे नाल गुणा कर देंगे। 13 30 39 बच्चों। 13 30 39 3 आ गया। 9 30 27 9 30 27 बच्चों 2 29। अपना आंसर कितना होगा बच्चों? 297। कितना आंसर होगा बच्चों अपने कोले? 297 ए वाला अपना आंसर। कितना आंसर होगा बच्चों अपने कोले? 297। ठीक है, इस तरह के पेपर ਦੇ ਵਿੱਚ ਆਪਾਂ ਨੂੰ ਸਵਾਲ ਦੇਖਣ ਨੂੰ ਮਿਲਦੇ ਆ। ਇੱਕ ਆਪਾਂ ਪੇਪਰ ਦੇ ਵਿੱਚ ਬੈਠੇ ਆ, ਇੰਨੇ % ਆਪਾਂ ਨੂੰ ਨੰਬਰ ਆ ਗਏ, ਇੰਨੇ ਨੰਬਰਾਂ ਨਾਲ ਆਪਾਂ ਫੇਲ ਹੋ ਗਏ, ਇੰਨੇ % ਨੰਬਰ ਆ ਗਏ, ਇੰਨੇ ਨੰਬਰਾਂ ਨਾਲ ਆਪਾਂ ਪਾਸ ਹੋ ਗਏ। ਉਹਦੇ ਵਿੱਚ ਬੱਚਿਓ ਤੁਸੀਂ ਜਿਹੜਾ ਮੇਨ ਪੁਆਇੰਟ ਆ ਉਹ ਤੁਸੀਂ ਕੀ ਯਾਦ ਰੱਖਣਾ? ਤੁਸੀਂ ਇਹ ਦੇਖਣਾ ਕਿ ਵੀ ਆਪਾਂ ਨੂੰ 1% ਦਾ ਕਿਤੋਂ ਪਤਾ ਲੱਗੇ। ਵੀ ਆਪਾਂ ਨੂੰ ਜਦੋਂ ਇਹ ਪਤਾ ਲੱਗੇ ਜੇ ਵੀ 1% ਕਿਹਦੇ ਬਰਾਬਰ ਆ, ਕਿੰਨੇ ਨੰਬਰਾਂ ਦੇ ਬਰਾਬਰ ਆ, ਉਸ ਤੋਂ ਬਾਅਦ ਆਪਾਂ ਸਵਾਲ ਨੂੰ ਸੋਲਵ ਕਰ ਲਾਂਗੇ। ਇੱਥੋਂ ਬੱਚਿਓ ਆਪਾਂ ਨੂੰ ਪਤਾ ਲੱਗਿਆ ਜਿਹੜਾ 13% ਆ ਉਹ ਕਿਹਦੇ ਬਰਾਬਰ ਆ? 39 ਨੰਬਰਾਂ ਦੇ ਬਰਾਬਰ ਆ ਬੱਚਿਓ। 1% ਕਿਹਦੇ ਬਰਾਬਰ ਗਿਆ? 13/39। 1% ਕਿਹਦੇ ਬਰਾਬਰ ਆ ਗਿਆ ਬੱਚਿਓ? 1% ਕਿਹਦੇ ਬਰਾਬਰ ਆ ਗਿਆ ਬੱਚਿਓ? 3 ਦੇ ਬਰਾਬਰ। 1% ਕਿਹਦੇ ਬਰਾਬਰ ਆ ਗਿਆ? 3 ਦੇ ਬਰਾਬਰ। ਜਿਹੜੀ ਪ੍ਰਿਆ ਉਹਨੇ ਟੌਪ ਕੀਤਾਗਾ। ਕਿੰਨੇ ਲੈਤੇ ਬੱਚਿਓ? 99%। 3 × 99 ਜਦੋਂ ਕਰਾਂਗੇ ਬੱਚਿਓ ਕਿੰਨਾ ਹੋਗਾ? 9 30 27। 27 ਤੇ 2 ਕਿੰਨਾ ਆ ਗਿਆ ਬੱਚਿਓ? 29। ਤਾਂ ਜਿਹੜੀ ਪ੍ਰਿਆ ਹੈਗੀ ਉਹਨੂੰ ਨੰਬਰ ਕਿੰਨੇ ਆਉਣਗੇ ਬੱਚਿਓ? 297। ਆਪਣਾ ਏ ਵਾਲਾ ਆਨਸਰ ਆ ਬੱਚਿਓ 297। आज बच्चों आप अगला सम देखते हैं। हाँ जी बच्चों, अगला सम देखो, पॉपुलेशन होगी बच्चों आबादी ते अपन सवाल पूछना जानागा।
ਜਿਹੜੀਆਂ ਕਾਂਸਟੇਬਲ ਦੀਆਂ ਆਪਣੇ ਪੰਜਾਬ ਪੁਲਿਸ ਦੇ ਵਿੱਚ ਸ਼ਿਫਟਾਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਸ਼ਿਫਟ ਦੇ ਵਿੱਚ ਬੱਚੋ ਇਹ ਪੋਪੂਲੇਸ਼ਨ ਤੇ ਆਪਾਂ ਨੂੰ ਸਵਾਲ ਪੁੱਛਿਆ ਜਾਊਗਾ। ਦੇਖੋ ਕੀ ਕਹਿੰਦੇ ਆ, ਇੱਕ ਕਸਬੇ ਦੀ ਜਿਹੜੀ ਆਬਾਦੀ ਆ ਬੱਚੋ ਕਿੰਨੀ ਆ, ਇੱਕ ਕਸਬੇ ਦੀ ਆਬਾਦੀ ਆਪਣੇ ਕੋਲੇ, ਇੱਕ ਕਸਬੇ ਦੀ ਆਬਾਦੀ ਬੱਚੋ ਕਿੰਨੀ ਆ 1,25,000। ਕਿੰਨੀ ਆ ਬੱਚੋ 1 ਲੱਖ ਪੂਰਾ 25,000, 1,25,000 ਬੱਚੋ ਆਬਾਦੀ ਆ, 1,25,000 ਆਬਾਦੀ ਆ। ਠੀਕ ਹੈ, ਕੀ ਹੁੰਦਾ ਬੱਚੋ ਉਹਦੇ ਵਿੱਚ 12.7% ਬੱਚਿਓ 12.7% ਕੀ ਆ ਜਨਮ ਲੈਂਦੇ ਆ। 12.7% ਬੱਚਿਓ ਹਰ ਸਾਲ ਕੀ ਲੈਂਦੇ ਆ ਜਨਮ ਲੈਂਦੇ ਆ। ਕਿੰਨੇ ਜਨਮ ਲੈਂਦੇ ਆ ਬੱਚਿਓ, ਜਿਹੜੇ ਜਨਮ ਲੈਂਦੇ ਆ ਦੇਖੋ ਜਨਮ ਲੈਂਦੇ ਆ ਆਪਣੇ ਕੋਲ ਕਿੰਨੇ ਲੈਂਦੇ ਆ ਬੱਚਿਓ 12.7% ਬੱਚਿਓ ਕੀ ਕਰਦੇ ਆ ਜਨਮ ਲੈਂਦੇ ਆ। ਠੀਕ ਹੈ, ਇਹ ਤਾਂ ਬੱਚਿਓ ਆਪਣੇ ਕੋਲੇ ਜਨਮ ਲੈਂਦੇ ਆ। ਉਸ ਤੋਂ ਬਾਅਦ ਅੱਗੇ ਕੀ ਕਹਿੰਦੇ ਆ ਆਪਾਂ ਨੂੰ ਕਿ ਬੱਚਿਓ 2.7% ਕੀ ਹੁੰਦੀ ਆ ਬੱਚਿਓ ਮੌਤ ਹੁੰਦੀ ਆ। ਜਿਹੜੀ ਮੌਤ ਦਰ ਆ ਬੱਚਿਓ ਉਹ ਕਿੰਨੀ ਆਪਣੇ ਕੋਲ, ਜਿਹੜੀ ਮੌਤ ਦਰ ਆ ਬੱਚਿਓ ਉਹ ਕਿੰਨੀ ਆਪਣੇ ਕੋਲੇ 2.7%। ਠੀਕ ਹੈ, 2.7% ਬੱਚਿਓ ਕੀ ਆ ਮੌਤ ਦਰ ਹੈ। ਹੁਣ ਜੇ ਮੈਂ ਦੇਖਾਂ 12.7% ਬੱਚਿਓ ਜਨਮ ਲੈਂਦੇ ਨੇ, 2.7% ਬੱਚਿਓ ਇਹਨਾਂ ਚੋਂ ਮਰ ਜਾਂਦੇ ਆ, ਤਾਂ ਜਿਹੜਾ ਨੈਟ ਰਹਿ ਗਿਆ ਬੱਚਿਓ 10%। 10% ਦਾ ਵਾਧਾ ਹੁੰਦਾ। ਹਾਂਜੀ ਬੱਚਿਓ ਸਮਝ ਆਇਆ, 10% ਦਾ ਬੱਚਿਓ ਵਾਧਾ ਹੁੰਦਾ ਦਾ। ਹੁਣ 10% ਦਾ ਵਾਧਾ ਬੱਚਿਓ ਹਰ ਸਾਲ ਹੋਈ ਗਿਆ। ਪਹਿਲੇ ਸਾਲ 10% ਦਾ ਵਾਧਾ ਹੋ ਗਿਆ, ਫਿਰ ਜਿੰਨੀ ਆਬਾਦੀ ਵਧਿਆ ਬੱਚਿਓ ਉਹਦਾ ਫਿਰ 10% ਦਾ ਵਾਧਾ ਹੋ ਗਿਆ, ਫਿਰ ਅਗਲੇ ਸਾਲ ਬੱਚਿਓ ਫਿਰ 10% ਦਾ ਵਾਧਾ ਹੋ ਗਿਆ। ਇਸ ਤਰ੍ਹਾਂ ਬੱਚਿਓ ਵਾਧਾ ਚੱਲਦਾ ਗਿਆ। ਜੇ ਇਸ ਤਰ੍ਹਾਂ ਵਾਧਾ ਚੱਲਦਾ ਹੋਊਗਾ ਤਾਂ ਆਪਾਂ ਕਿਵੇਂ ਕਰਾਂਗੇ, ਆਪਾਂ ਕਹਾਂਗੇ ਬੱਚਿਓ ਹਰ ਸਾਲ ਕਿੰਨੇ ਦਾ ਵਾਧਾ ਹੁੰਦਾਗਾ 10% ਦਾ। ਹੁਣ ਦੇਖੋ ਬੱਚਿਓ 10% ਦਾ ਵਾਧਾ ਦੇਖਣਾਗਾ, ਹਰ ਸਾਲ ਵਾਧਾ ਕਿੰਨੇ ਦਾ ਹੁੰਦਾਗਾ 10% ਦਾ। ਤਾਂ ਦੇਖੋ ਸਟਾਰਟਿੰਗ ਆਬਾਦੀ ਕਿੰਨੀ ਸੀ ਬੱਚਿਓ ਆਪਣੇ ਕੋਲੇ 1,25,000। 1 ਲੱਖ ਕਿੰਨੀ ਸੀ ਬੱਚਿਓ 25,000। ਠੀਕ ਹੈ, ਕਿੰਨੇ ਦਾ ਵਾਧਾ ਹੋ ਗਿਆ 100 ਤੋਂ 110 ਹੋ ਗਿਆ। ਠੀਕ ਹੈ ਬੱਚਿਓ 100 ਤੋਂ ਕਿੰਨਾ ਹੋ ਗਿਆ 110। ਅਗਲੇ ਸਾਲ ਬੱਚਿਓ ਫਿਰ 100 ਤੋਂ 110 ਹੋ ਗਿਆ। ਅਗਲੇ ਸਾਲ ਬੱਚਿਓ ਫਿਰ ਕਿੰਨਾ ਹੋ ਗਿਆ 100 ਤੋਂ 110 ਹੋ ਗਿਆ। ਠੀਕ ਹੈ, ਹੁਣ ਜ਼ੀਰੋ ਕੱਟ ਦਿੰਦੇ ਆ ਬੱਚਿਓ, 3 ਜ਼ੀਰੋ ਦੇ ਨਾਲ ਆ 3 ਜ਼ੀਰੋ ਕੱਟेंगे। ਠੀਕ ਹੈ, ਆ 3 ਜ਼ੀਰੋ ਦੇ ਨਾਲ ਬੱਚਿਓ ਆ 3 ਜ਼ੀਰੋ ਕੱਟेंगे। ਠੀਕ ਹੈ, ਉਹ ਨੀਚੇ ਕਿੰਨੀਆਂ ਸੀ ਬੱਚਿਓ 6 ਜ਼ੀਰੋਆਂ ਸੀ, ਆਪਾਂ 6 ਦੀਆਂ 6 ਜ਼ੀਰੋਆਂ ਨੂੰ ਕੈਨਸਲ ਕਰਤਾ। ਠੀਕ ਹੈ, ਉਸ ਤੋਂ ਬਾਅਦ ਬੱਚਿਓ ਆਪਾਂ ਮਲਟੀਪਲਾਈ ਕਰਦੇ ਆ, 11 ਦੀ 11 ਨਾਲ ਕਰਾਂਗੇ, ਫਿਰ 11 ਦੀ 11 ਨਾਲ ਕਰਾਂਗੇ। ਕਿੰਨਾ ਹੁੰਦਾ 11 ਦੀ ਕਿਊਬ ਬੱਚਿਓ 1331। ਕਿੰਨਾ ਹੁੰਦਾ 1331, ਉਹਦੀ ਗੁਣਾ ਕਿਹਦੇ ਨਾਲ ਕਰਨੀ ਆ 125 ਦੇ ਨਾਲ। ਬੱਚਿਓ ਉਹਦੀ ਗੁਣਾ ਕਿਹਦੇ ਨਾਲ ਕਰਨੀ ਆ 125 ਦੇ ਨਾਲ ਆਪਾਂ ਉਹਦੀ ਗੁਣਾ ਕਰਨੀ ਆ। ਹੁਣ ਦੇਖੋ ਬੱਚਿਓ 1331 ਇਨਟੂ ਕਿੰਨਾ ਬੱਚਿਓ 125, ਮਲਟੀਪਲਾਈ ਕਰਦੇ ਆ ਬੱਚਿਓ 5 ਆ ਗਿਆ 15 ਆ ਗਿਆ। ਠੀਕ ਆ, ਇੱਥੇ ਬੱਚਿਓ ਕਿੰਨਾ ਆ ਗਿਆ 16 ਆ ਗਿਆ, ਉਰੇ ਕਿੰਨਾ ਆ ਗਿਆ 5 ਤੇ 1 6 ਆ ਗਿਆ। ਠੀਕ ਹੈ, ਉਸ ਤੋਂ ਬਾਅਦ ਅੱਗੇ ਦੇਖਦੇ ਬੱਚਿਓ 2 ਆ ਗਿਆ, ਫਿਰ 6 ਆ ਗਿਆ, ਫਿਰ 6 ਆ ਗਿਆ, ਫਿਰ ਬੱਚਿਓ ਕਿੰਨਾ ਆ ਗਿਆ 2 ਆ ਗਿਆ। ਅੱਗੇ ਦੇਖਦੇ ਬੱਚਿਓ ਆਪਣੇ ਕੋਲ ਕਿੰਨਾ ਆ ਗਿਆ 1 ਆ ਗਿਆ, 3 ਆ ਗਿਆ, 3 ਆ ਗਿਆ। ਉਸ ਤੋਂ ਬਾਅਦ ਬੱਚਿਓ ਕਿੰਨਾ ਆ ਗਿਆ ਆਪਣੇ ਕੋਲ 1 ਆ ਗਿਆ। ਐਡ ਕਰ ਦਿੰਦੇ ਬੱਚਿਓ 5 ਆ ਗਿਆ, 7 ਹੋ ਗਿਆ, 12 ਤੇ 1 ਬੱਚਿਓ 13 ਆ ਗਿਆ, 12 ਤੇ 1 13 ਆ ਗਿਆ। ਬੱਚਿਓ ਇੱਧਰ ਕਿੰਨਾ ਆ ਗਿਆ 12 ਤੇ 1 15, 15 ਤੇ 1 ਬੱਚਿਓ 16 ਆ ਗਿਆ। ਇੱਧਰ ਕਿੰਨਾ ਆ ਗਿਆ ਬੱਚਿਓ ਕੋਲ 5 ਤੇ 1 6 ਆ ਗਿਆ। ਕਿੰਨਾ ਆ ਗਿਆ ਇਹ ਬੱਚਿਓ ਕਿੰਨੀ ਬਣ ਗਈ ਆਪਣੇ ਕੋਲ ਆਬਾਦੀ 1,66,375। 1,66,375 ਬਣ ਗਈ। ਇਹਦੇ ਵਿੱਚੋਂ ਬੱਚਿਓ 1,25,000 ਤਾਂ ਆਪਣੀ ਆਬਾਦੀ ਹੈ ਹੀ ਸੀ, 1,25,000 ਤਾਂ ਪਹਿਲਾਂ ਹੈਗੀ ਸੀ ਬੱਚਿਓ, ਤਾਂ ਕਿੰਨਾ ਹੋ ਗਿਆ 375 ਹੀ ਹੋ ਗਿਆ। ਇੱਧਰ ਬੱਚਿਓ ਕਿੰਨਾ ਆ ਗਿਆ 1 ਆ ਗਿਆ, ਇੱਧਰ ਕਿੰਨਾ ਆ ਗਿਆ ਬੱਚਿਓ 4 ਆ ਗਿਆ। ਤਾਂ ਬੱਚਿਓ ਜਿਹੜਾ ਵਾਧਾ ਹੋਇਆ ਉਹ ਕਿੰਨੇ ਦਾ ਹੋਇਆ ਬੱਚਿਓ 41,375 ਦਾ। ਕਿੰਨੇ ਦਾ ਵਾਧਾ ਹੋਇਆ ਬੱਚਿਓ 41,375 ਦਾ ਬੱਚਿਓ ਵਾਧਾ ਹੋਇਆਗਾ। 41,375 ਦਾ ਆਪਣਾ ਕੀ ਹੋਏਗਾ ਵਾਧਾ ਹੋਇਆ ਆਪਣਾ ਬੱਚਿਓ B ਵਾਲਾ ਇਹਦੇ ਵਿੱਚ ਆਨਸਰ ਹੋਊਗਾ। ਕਿਹੜਾ ਆਨਸਰ ਟਿਕ ਕਰਾਂਗੇ ਬੱਚਿਓ ਆਪਾਂ B ਵਾਲਾ ਆਨਸਰ ਟਿਕ ਕਰਾਂਗੇ। ਉਮੀਦ ਆ ਕਿ ਯਾਦ ਰੱਖਣਾ ਬੱਚਿਓ, ਇਹ ਤੁਹਾਨੂੰ ਸਮਝ ਆ ਗਿਆ। ਆਪਾਂ ਪੂਰੀ ਉਮੀਦ ਕਰ ਸਕਦੇ ਬੱਚਿਓ ਇਸ ਲੈਵਲ ਦਾ ਕੁਐਸਚਨ ਪੋਪੂਲੇਸ਼ਨ ਦਾ ਆਬਾਦੀ ਦਾ ਕੁਐਸਚਨ ਆਪਾਂ ਨੂੰ ਕਾਂਸਟੇਬਲ ਦੇ ਪੇਪਰ ਦੇ ਵਿੱਚ ਪੰਜਾਬ ਪੁਲਿਸ 'ਚ ਕਿਸੇ ਨਾ ਕਿਸੇ ਸ਼ਿਫਟ ਦੇ ਵਿੱਚ ਬੱਚਿਓ ਦੇਖਣ ਨੂੰ ਮਿਲੂਗਾ। ਠੀਕ ਆ, ਜਿਹੜਾ ਇੰਕਰੀਮੈਂਟ ਆ ਬੱਚਿਓ ਆਪਾਂ ਇਸ ਤਰ੍ਹਾਂ ਹੀ ਕਰਦੇ ਹੁੰਦੇ ਆ 100 ਤੋਂ 110, 100 ਤੋਂ 110 ਬੱਚਿਓ 100 ਤੋਂ 110 ਆਪਣਾ ਆਨਸਰ ਆਊਗਾ। ਠੀਕ ਹੈ ਜੀ, ਸਮਝ ਆਇਆ ਬੱਚਿਓ। ਉਸ ਤੋਂ ਬਾਅਦ ਆਪਾਂ ਅਗਲਾ ਦੇਖਦੇ ਹਾਂ। ਹਾਂਜੀ ਬੱਚਿਓ, ਅਗਲਾ परसेंटेज ਦੇ ਸਵਾਲ ਨੇ ਬੱਚਿਓ, ਸੈਲਰੀ ਦੇ ਰਿਲੇਟਡ ਸਵਾਲ ਪੁੱਛੇ ਜਾਂਦੇ ਆ। ਕਹਿੰਦੇ ਦਾ ਸੈਲਰੀ ਆਫ A B C, ਇੱਕ A ਹੈ, ਇੱਕ B ਹੈ, ਇੱਕ C ਹੈ ਬੱਚਿਓ। ਉਹਨਾਂ ਦੀ ਸੈਲਰੀ ਜਿਹੜਾ ਅਨੁਪਾਤ ਹੈ, ਰੇਸ਼ੋ ਦਿੱਤੀ ਹੈ ਬੱਚਿਓ ਆਪਾਂ ਨੂੰ। ਇੱਕ ਆਪਾਂ ਨੂੰ ਗੱਲ ਕੀਤੀ ਹੈ A ਦੀ, ਇੱਕ ਬੱਚਿਓ B ਦੀ, ਇੱਕ ਬੱਚਿਓ ਗੱਲ ਕੀਤੀ ਹੈ C ਦੀ। ਇੱਕ A ਦੀ ਗੱਲ ਕੀਤੀ ਹੈ, ਇੱਕ B ਦੀ ਗੱਲ ਕੀਤੀ ਹੈ, ਇੱਕ ਬੱਚਿਓ ਕੀਤੀ ਹੈ C ਦੀ ਗੱਲ।
ਕਹਿੰਦੇ ਉਹਨਾਂ ਦੀ ਜਿਹੜੀ ਸੈਲਰੀ ਹੈ, ਸੈਲਰੀ ਮਤਲਬ ਜਿਹੜੀ ਉਹਨਾਂ ਦੀ ਕਮਾਈ ਹੈ, ਠੀਕ ਹੈ। ਜਦ ਤੁਸੀਂ ਕਾਂਸਟੇਬਲ ਲੱਗੇ ਤੁਹਾਡੀ ਵਿੱਚੋਂ ਜਿਹੜੀ ਸੈਲਰੀ ਆਊਗੀ, ਜਿਹੜੀ ਉਹਨਾਂ ਦੀ ਕਮਾਈ ਆ, ਉਹਨਾਂ ਦੀ ਕਮਾਈ ਦਾ ਵਿੱਚੋਂ ਅਨੁਪਾਤ ਕਿੰਨਾ ਗਾ 2:3 2:3:4, ਠੀਕ ਹੈ। ਕਿੰਨਾ ਵਿੱਚੋਂ ਉਹਨਾਂ ਦੀ ਜਿਹੜੀ ਕਮਾਈ ਦਾ ਅਨੁਪਾਤ ਹੈ 2:3:4, ਠੀਕ ਹੈ। ਉਸ ਤੋਂ ਬਾਅਦ ਕੀ ਹੈ ਬੱਚਿਓ, ਇੰਕਰੀਮੈਂਟ ਹੋ ਰਿਹਾ, ਉਹਨਾਂ ਨੂੰ ਵਾਧਾ ਮਿਲ ਰਿਹਾ ਹੈਗਾ। ਜਿਹੜਾ ਏ ਆ ਬੱਚਿਓ ਉਹਨੂੰ ਕਿੰਨੇ ਦਾ ਮਿਲ ਰਿਹਾ ਹੈਗਾ 10%। ਇਹਦੀ ਜਿਹੜੀ ਆਬਾਦੀ ਆ ਬੱਚਿਓ, ਜਿਹੜੀ ਇਨਕਮ ਆ ਬੱਚਿਓ ਕਿੰਨੀ ਵੱਧ ਰਹੀ ਆ 10% ਵੱਧ ਰਹੀ ਆ ਬੱਚਿਓ। ਜਿਹੜਾ ਬੀ ਆ ਉਹਦੀ ਕਿੰਨਾ ਵਾਧਾ ਹੋ ਰਿਹਾ ਹੈਗਾ, ਜਿਹੜਾ ਬੱਚਿਓ ਬੀ ਆ, ਬੀ ਦੀ ਜਿਹੜੀ ਉਹਨਾਂ ਦੀ ਤਨਖਾਹ ਬੱਚਿਓ ਚ 20% ਦਾ ਵਾਧਾ ਹੋ ਰਿਹਾ ਹੈਗਾ। ਕਿੰਨੇ ਦਾ ਹੋ ਰਿਹਾ ਬੱਚਿਓ 20% ਦਾ ਵਾਧਾ ਹੋ ਰਿਹਾ ਹੈਗਾ, ਠੀਕ ਆ। ਜਿਹੜਾ ਬੱਚਿਓ ਸੀ ਆ, ਸੀ ਦੀ ਜਿਹੜੀ ਉਹਦੀ ਸੀ ਦੀ ਇਨਕਮ ਹੈ, ਤਨਖਾਹ ਦੀ, ਉਹਦੇ ਵਿੱਚ ਬੱਚਿਓ 10% ਦਾ ਵਾਧਾ, ਕਿੰਨੇ ਦਾ ਹੋ ਰਿਹਾਗਾ 10% ਦਾ ਵਾਧਾ ਹੋ ਰਿਹਾ, ਠੀਕ ਹੈ। ਠੀਕ ਹੈ ਬੱਚਿਓ, 10% ਦਾ ਵਾਧਾ ਹੋ ਰਿਹਾ। ਉਸ ਤੋਂ ਬਾਅਦ ਕੀ ਆ ਆਪਣੇ ਕੋਲ ਬੱਚਿਓ ਇੱਕ ਨਵਾਂ ਨਵੀਂ ਰੇਸ਼ੋ ਬਣੂਗੀ। ਜਿਹੜੀ ਉਹ ਨਵੀਂ ਰੇਸ਼ੋ ਬਣੂਗੀ ਬੱਚਿਓ ਉਹ ਆਪਾਂ ਦੱਸਣੀ ਆ। ਜਿਹੜੀ ਨਵੀਂ ਰੇਸ਼ੋ ਆ ਬੱਚਿਓ, ਵਾਟ ਇਜ਼ ਦਾ ਵਿਲ ਬੀ ਨਿਊ ਰੇਸ਼ੋ ਔਨ देयर ਸੈਲਰੀ। ਉਹਨਾਂ ਦੀ ਜਿਹੜੀ ਤਨਖਾਹ ਗਈ, ਉਹਨਾਂ ਦੀ ਜਿਹੜੀ ਬੱਚਿਓ ਨਵੀਂ ਸੈਲਰੀ ਦੀ ਤਨਖਾਹ ਦੀ ਅਨੁਪਾਤ ਬਣਦਾ ਉਹ ਕਿੰਨਾ ਆਊਗਾ ਬੱਚਿਓ। ਹੁਣ ਆਪਣੇ ਕੋਲ 2 3 4, ਮੈਂ ਇਹ ਵੀ ਕਹਿ ਸਕਦਾ ਜਿਹੜਾ ਏ ਆ ਉਹ ਕਮਾਉਂਦਾ ਬੱਚਿਓ 200 ਰੁਪਿਆ, ਜਿਹੜਾ ਬੀ ਆ ਉਹ ਕਿੰਨਾ ਕਮਾਉਂਦਾ ਬੱਚਿਓ 300 ਰੁਪਿਆ, ਜਿਹੜਾ ਬੱਚਿਓ ਸੀ ਆ ਉਹ ਕਿੰਨਾ ਕਮਾਉਂਦਾ 400 ਰੁਪਿਆ, ਠੀਕ ਹੈ ਜੀ। ए कितना कमाਉਂਦਾ ਬੱਚਿਓ 200 ਰੁਪਿਆ, बी कितना कमाਉਂਦਾ ਬੱਚਿਓ 300 ਰੁਪਿਆ, सी कितना कमाਉਂਦਾ ਬੱਚਿਓ 400 ਰੁਪਿਆ। ਉਸ ਤੋਂ ਬਾਅਦ ਬੱਚਿਓ 10%, ਹਾਂਜੀ 200 ਦਾ 10% ਬੱਚਿਓ ਕਿੰਨਾ ਹੋਊਗਾ 200 ਦਾ, ਅੱਛਾ ਬੱਚਿਓ 30%, 30% ਦੀ ਗੱਲ ਹੈ 30%। ਇੱਥੇ ਬੱਚਿਓ ਕਿੰਨਾ ਦਾ 30%, ਇੱਥੇ ਬੱਚਿਓ ਕਿੰਨੀ ਦੀ ਗੱਲ ਹੋ ਰਹੀ ਹੈ 30%, 30% ਦੀ, ਹਾਂਜੀ 30 ਬੱਚਿਓ 30 30% ਦੀ ਗੱਲ ਹੋ ਰਹੀ ਆ। ਹੁਣ ਬੱਚਿਓ 200 ਦਾ ਜਿਹੜਾ 30% ਕਿੰਨਾ ਹੋਊਗਾ, 200 ਦਾ 30% ਕਿੰਨਾ ਹੋਊਗਾ 60। ਆ ਦੇਖੋ ਬੱਚਿਓ 200 ਇਹਦਾ ਦੇਖਣਾ ਬੱਚਿਓ ਆਪਾਂ 30% ਬਟਾ 100 ਲਗਾਵਾਂਗੇ, ਦੇਖਣਾ ਕਿੰਨਾ ਬੱਚਿਓ 30%, ਆ ਜ਼ੀਰੋ ਦੇ ਨਾਲ ਜ਼ੀਰੋ ਕੱਟੇ ਕਿੰਨਾ ਆ ਗਿਆ 60। ਤਾਂ ਬੱਚਿਓ ਇਹਦੇ ਵਿੱਚ 60 ਰੁਪਏ ਜੁੜ ਗਏ। ਕਿੰਨੇ ਜੁੜ ਗਏ ਬੱਚਿਓ 60 ਰੁਪਏ ਜੁੜ ਗਏ। ਤਾਂ ਕਿੰਨੇ ਬਣ ਗਏ ਬੱਚਿਓ 260। ਕਿੰਨੇ ਬਣ ਗਏ ਬੱਚਿਓ 260, ਠੀਕ ਆ। ਅੱਗੇ ਗੱਲ ਕਰੀਏ ਬੱਚਿਓ ਜਿਹੜਾ B ਆ ਉਹਦੇ ਵਿੱਚ ਕਿੰਨਾ ਇੰਕਰੀਮੈਂਟ 20%, ਠੀਕ ਹੈ ਜੀ 20%। 300 ਦਾ 20% ਬਟਾ 100 ਲਾਵਾਂਗੇ ਤਾਂ ਦੋ ਜ਼ੀਰੋ ਕੱਟੇ ਜਾਣੇ, ਕਿੰਨਾ ਰਹਿ ਗਿਆ 3 3 ਦੀ 20 ਨਾਲ ਗੁਣਾ ਕਰਾਂਗੇ ਬੱਚਿਓ ਕਿੰਨਾ ਆ ਗਿਆ 60। ਤਾਂ ਇਹਦਾ 20% ਵੀ ਬੱਚਿਓ ਕਿੰਨਾ ਆ ਗਿਆ 60। ਇਹਦੇ ਕੋਲ ਕਿੰਨੇ ਬਣ ਗਏ ਬੱਚਿਓ 360। ਇਹਦੇ ਵਿੱਚ ਵੀ ਕਿੰਨੇ ਜੁੜੇ ਨੇ ਬੱਚਿਓ 60। ਅਗਲੇ ਬੱਚਿਓ ਇਹਦਾ ਕਿੰਨਾ ਬੱਚਿਓ 10%। ਇਹਦਾ ਜੇ ਆਪਾਂ 10% ਜੋੜੀਏ ਤਾਂ 400 ਦਾ 10% ਕਿੰਨਾ ਹੋਊਗਾ ਬੱਚਿਓ 40। ਕਿੰਨਾ ਹੋਊਗਾ 40। ਇਹਦੇ ਵਿੱਚ ਆਪਾਂ 40 ਨੂੰ ਜੋੜੀਏ ਤਾਂ ਕਿੰਨਾ ਬਣ ਗਿਆ ਬੱਚਿਓ ਆਪਣੇ ਕੋਲੇ 440। ਕਿੰਨਾ ਬਣ ਗਿਆ ਬੱਚਿਓ 440। ਹੁਣ ਗੱਲ ਕਰਨੀ ਆਪਾਂ ਬੱਚਿਓ ਅਨੁਪਾਤ ਦੀ, ਰੇਸ਼ੋ ਦੀ। ਕੀ ਕਰਨਾ ਸੇਮ ਟੇਬਲ ਦੇ ਕੱਟਣੇ ਆ ਬੱਚਿਓ। 0 ਦੇ ਨਾਲ 0 ਕੱਟੀ ਗਏ, 2 ਦੇ ਕੱਟਿਆ ਬੱਚਿਓ ਕਿੰਨਾ ਆ ਗਿਆ 13, 2 ਤੇ ਕੈਂਸਲ ਕੀਤਾ ਬੱਚਿਓ ਕਿੰਨਾ ਆ ਗਿਆ 18, 2 ਤੇ ਕੈਂਸਲ ਕੀਤਾ ਕਿੰਨਾ ਆ ਗਿਆ ਬੱਚਿਓ 22। ਕਿੰਨਾ ਆ ਗਿਆ 22। ਆਪਣੇ ਕੋਲ ਬੱਚਿਓ ਆਨਸਰ ਕਿੰਨਾ ਆ ਗਿਆ 13 18 22। ਕਿੰਨਾ ਆ ਗਿਆ ਆਨਸਰ ਬੱਚਿਓ 13 18 22। ਕਿੰਨਾ ਆਨਸਰ ਆ ਗਿਆ ਬੱਚਿਓ 13 18 22। ਆਪਣਾ ਆਨਸਰ ਕਿੰਨਾ ਆ ਗਿਆ 13 18 22। सी वाला अपना कोई बच्चों आंसर, ठीक है। कांस्टेबल के पेपर ਦੇ ਵਿੱਚ ਆਪਾਂ ਨੂੰ ਸੈਲਰੀ ਦੇ ਰਿਲੇਟਡ ਸਵਾਲ ਦੇਖਣ ਨੂੰ ਮਿਲੂਗਾ। ਅਗਲਾ ਦੇਖਦੇ ਹਾਂ ਬੱਚਿਓ, ਆਪਾਂ ਅਗਲਾ ਸਮ ਦੇਖਦੇ ਹਾਂ। ਹਾਂਜੀ ਬੱਚਿਓ ਅਗਲਾ ਬੱਚਿਓ ਇਸ ਤਰ੍ਹਾਂ ਦੇ ਸਵਾਲ ਦਾ ਆਪਾਂ ਕੋ ਪਰਸੈਂਟੇਜ ਦੇ ਵਿੱਚ ਹੁੰਦੇ ਆ ਵੀ ਇੰਨੇ % ਦਾ ਵਾਧਾ ਹੋ ਗਿਆ, ਇੰਨੇ % ਦੇ ਆਪਣੇ ਕੋਲੇ ਕੀ ਹੋ ਗਿਆ ਡੀਕਰੀਜ਼ ਹੋਇਆ, ਘਟ ਗਿਆ। ਇਸ ਤਰ੍ਹਾਂ ਦੇ ਸਵਾਲ ਦਾ ਆਪਾਂ ਪੁੱਛੇ ਜਾਂਦੇ ਆ। ਇਹਦੇ ਵਿੱਚ ਕੀ ਕਹਿੰਦੇ ਆ ਇੱਕ ਨਿਸ਼ਚਿਤ ਰਕਮ ਸੀ, ਉਹਦੇ ਵਿੱਚੋਂ ਬੱਚਿਓ ਕੀ ਹੋ ਗਿਆ 20% ਕੱਟਣ ਤੋਂ ਬਾਅਦ ਅਤੇ ਫਿਰ ਬਾਕੀ ਬਚੀ ਚੋਂ 10% ਕੱਟ ਲਿਆ, ਠੀਕ ਹੈ। ਤੇ ਬਾਕੀ ਉਹਦੇ ਕੋਲ ਕਿੰਨਾ ਬਚ ਗਿਆ ਬੱਚਿਓ 7200 ਰੁਪਏ ਬਚ ਗਿਆ। ਕਿੰਨਾ ਬਚ ਗਿਆ ਬੱਚਿਓ 7200 ਰੁਪਏ ਬਚ ਗਿਆ। ਤਾਂ ਜਿਹੜੀ ਉਹਦੇ ਕੋਲ ਅਸਲੀ ਰਕਮ ਸੀ ਉਹ ਕਿੰਨੀ ਸੀ, ਅਸਲੀ ਰਕਮ ਦੀ ਗੱਲ ਕੀਤੀ ਗਈ ਆ ਬੱਚਿਓ। ਅਗਰ ਆਪਾਂ ਪਰਸੈਂਟ ਦੇ ਵਿੱਚ ਦੇਖੀਏ, ਜਿਹੜੀ ਆਪਣੇ ਕੋਲ ਕੁੱਲ ਰਕਮ ਹੁੰਦੀ ਆ, ਅਸਲੀ ਰਕਮ ਹੁੰਦੀ ਆ, ਉਹ ਕਿੰਨੀ ਹੁੰਦੀ ਆ 100%। ਜਿਹੜੀ ਆਪਣੇ ਕੋਲੇ ਅਸਲੀ ਰਕਮ ਸੀ ਬੱਚਿਓ ਉਹ ਕਿੰਨੀ ਆ 100%। ਹਾਂਜੀ ਬੱਚਿਓ ਇਹ ਗੱਲ ਸਮਝ ਆ ਗਈ। ਜਿਹੜੀ ਅਸਲੀ ਰਕਮ ਹੈ, ਅਸਲੀ ਰਕਮ ਕਿੰਨੀ ਹੁੰਦੀ ਆ 100%। ਪਹਿਲਾਂ ਕੀ ਕੀਤਾ ਬੱਚਿਓ 20% ਘਟਾਤੀ, ਇਹਦੇ ਵਿੱਚੋਂ ਬੱਚਿਓ 20% ਆਪਾਂ ਘਟਾਤੀ। ਜੇ 20% ਘਟਾਤੀ ਬੱਚਿਓ ਕਿੰਨੀ ਰਹਿ ਗਈ 80%। ਕਿੰਨੀ ਰਹਿ ਗਈ ਬੱਚਿਓ ਆਪਣੇ ਕੋਲੇ 80%। ਹਾਂਜੀ ਬੱਚਿਓ ਇਹ ਤੱਕ ਸਮਝ ਆ ਗਈ।
100% असली रकम अपने को कितनी हुंदी आ 100%, ਉਹਦੇ ਵਿੱਚੋਂ ਬੱਚੋ 20% ਨੂੰ ਆਪਾਂ ਘਟਾਤਾ, ਕਿੰਨੀ ਰਹਿ ਗਈ 80%। ਅੱਗੇ ਬੱਚੋ ਜਿਹੜੀ ਕੱਟੀ ਗਈ ਆ ਬਾਕੀ ਰਹਿ ਗਈ, ਬਾਕੀ ਬੱਚੋ ਕਿੰਨੀ ਰਹਿ ਗਈ 80%, ਬਾਕੀ ਕਿੰਨੀ ਰਹਿ ਗਈ ਬੱਚੋ 80%, ਉਹਦਾ 10% ਘਟਾਉਣਾ ਬੱਚੋ 80 ਦਾ 10%, ਦੇਖੋ 80 ਬਟਾ 100 देखना बच्चों कितना का 10%, आ जीरो ना जीरो कटती ना जीरो कटती कितना आ गया 8, ठीक है 80 का 10% बच्चों कितना आ गया 8%, ਇਹਦੇ ਵਿੱਚੋਂ ਬੱਚੋ 8% ਹੋਰ ਚਲਾ ਗਿਆ ਤਾਂ ਕਿੰਨਾ ਰਹਿ ਗਿਆ ਬੱਚੋ 72, ਕਿੰਨਾ ਰਹਿ ਗਿਆ 72%, 72% ਰਹਿ ਗਿਆ ਬੱਚੋ, 72% ਕਿੰਨਾ ਰਹਿ ਗਿਆ 700, ਕਿੰਨਾ ਰਹਿ ਗਿਆ 72, ਕਿੰਨਾ ਰਹਿ ਗਿਆ 7200 ਰੁਪਏ, ਉਧਰ ਕਿੰਨਾ ਰਹਿ ਗਿਆ ਬੱਚੋ 7200, ਮੇਰੇ ਕੋਲ ਕਿੰਨਾ ਰਹਿ ਗਿਆ 72%, 72% ਬੱਚੋ ਕਿਹਦੇ ਬਰਾਬਰ ਹੈ 7200 ਦੇ ਬਰਾबर, 1% ਕਿਹਦੇ ਬਰਾबर ਹੋਊਗਾ ਬੱਚੋ 7200 ਬਟਾ 72, ਇਹ ਆ ਗਿਆ ਬੱਚੋ 1%, ਇਹ ਕਿਹਦੇ ਬਰਾबर ਆ ਗਿਆ ਬੱਚੋ 1% ਦੇ, ਜਿਹੜੀ ਅਸਲੀ ਮੇਰੇ ਕੋਲੇ ਜਿਹੜੀ ਅਸਲੀ ਮੇਰੀ ਕੀਮਤ ਹੈ ਉਹ ਕਿੰਨੀ ਆ ਬੱਚੋ 100%, ਅਸਲੀ ਕਿੰਨੀ ਆ 100%, ਦੇਖੋ 72 ਕਮ 72 ਤਾਂ ਕਿੰਨਾ ਆ ਗਿਆ ਬੱਚੋ 100, 100 ਦੀ 100 ਦੇ ਨਾਲ ਗੁਣਾ ਕਰੂੰਗਾ ਤਾਂ ਬੱਚੋ ਕਿੰਨਾ ਬਣੂਗਾ 10000, 100 ਦੀ 100 ਨਾਲ ਗੁਣਾ ਕਰੂ ਬੱਚੋ ਕਿੰਨਾ ਬਣੂਗਾ 10000, 20 ਵਾਲਾ ਬੱਚੋ ਮੇਰਾ ਆਨਸਰ ਹੈ, ਮੇਰਾ ਆਨਸਰ ਕਿਹੜਾ ਬੱਚੋ 20 ਵਾਲਾ ਕਿੰਨਾ ਹੋਗਾ 10000, 10000 ਬੱਚੋ ਕਿਹੜਾ ਹੋਗਾ ਮੇਰੇ ਕੋਲੇ 20 ਵਾਲਾ ਆਨਸਰ ਆਊਗਾ ਜੀ, ਠੀਕ ਹੈ ਸਮਝ ਆਇਆ ਬੱਚੋ। ਇਸ ਤਰ੍ਹਾਂ ਦੇ ਆਪਾਂ ਨੂੰ ਪੇਪਰ ਦੇ ਵਿੱਚ ਸਵਾਲ ਦੇਖਣ ਨੂੰ ਮਿਲਣਗੇ, ਠੀਕ ਹੈ ਜੀ, ਧਿਆਨ ਨਾਲ ਕਰਕੇ ਆਉਣਾ ਬੱਚੋ, ਇਸ ਤਰ੍ਹਾਂ ਦੇ ਹੀ ਸਵਾਲ ਹੋਣਗੇ। ਅੱਗੇ ਦੇਖਦੇ ਹਾਂ ਬੱਚੋ, ਹਾਂਜੀ ਬੱਚੋ ਅਗਲਾ ਸਮ ਦੇਖਦੇ ਹਾਂ ਆਪਾਂ, ਅਗਲੇ ਸਮ ਦੇ ਵਿੱਚ ਆਪਾਂ ਨੂੰ ਕੀ ਕਿਹਾਗਾ ਕਿ ਇਨ ਇਲੈਕਸ਼ਨ ਬੱਚੋ ਇੱਕ ਵੋਟਾਂ ਹੋਈਆਂ ਨੇ, ਵੋਟਾਂ ਦੇ ਵਿੱਚ ਬੱਚੋ ਕਾਸਟਿੰਗ ਦਾ 2 ਕੈਂਡੀਡੇਟ ਹੈ, ਇਲੈਕਸ਼ਨ ਹੋਏ ਵੋਟਾਂ ਦੇ ਵਿੱਚ ਬੱਚੋ 2 ਕੈਂਡੀਡੇਟ ਖੜੇ ਨੇ, ਕੈਂਡੀਡੇਟ 1 ਕੈਂਡੀਡੇਟ ਜਿਹੜਾ ਪਹਿਲਾ ਉਮੀਦਵਾਰ ਆ ਬੱਚੋ ਉਹਨੂੰ ਕਿੰਨੇ % ਵੋਟਾਂ ਪਈਆਂ 26% ਵੋਟਾਂ ਪਈਆਂ ਨੇ, ਠੀਕ ਆ 26% ਵੋਟਾਂ ਪਈਆਂ ਆਫ ਦਾ ਟੋਟਲ ਵੋਟਸ ਕਾਸਟ, ਜਿਹੜੇ ਟੋਟਲ ਵੋਟਾਂ ਪਈਆਂ ਨੇ ਉਹਦਾ 26% ਬੱਚੋ ਇਹਨੂੰ ਵੋਟਾਂ ਪਈਆਂ ਨੇ। ਉਸ ਤੋਂ ਬਾਅਦ ਉਹ ਕੀ ਹੋ ਗਿਆ ਬੱਚੋ ਹਾਰ ਗਿਆ, ਕਿੰਨੀਆਂ ਵੋਟਾਂ ਨਾਲ ਹਾਰ ਗਿਆ ਬੱਚੋ 2280 ਨਾਲ, ਕਿੰਨੀਆਂ ਵੋਟਾਂ ਨਾਲ ਹਾਰ ਗਿਆ 2280 ਨਾਲ ਬੱਚੋ। ਬਹੁਤ ਇੰਪੋਰਟੈਂਟ ਕੁਐਸਚਨ ਆਪਣਾ ਪਰਸੈਂਟੇਜ ਦਾ ਆਪਾਂ ਨੂੰ ਵੋਟਾਂ ਦੇ ਬੱਚੋ ਕੁਐਸਚਨ ਪੁੱਛੇ ਜਾਂਦੇ ਆ। ਦੇਖੋ ਬੱਚੋ ਜਿਹੜੀਆਂ ਟੋਟਲ ਵੋਟਸ ਹੋਣਗੀਆਂ ਉਹ ਕਿੰਨੀਆਂ ਹੋਣਗੀਆਂ 100%, ਬੱਚੋ ਟੋਟਲ ਵੋਟਾਂ ਕਿੰਨੀਆਂ ਹੋਣਗੀਆਂ ਆਪਣੇ ਕੋਲੇ 100%, ਇਹ ਤੱਕ ਸਮਝਾਈ ਬੱਚੋ ਜਿਹੜੇ ਟੋਟਲ ਵੋਟਾਂ ਨੇ ਉਹ ਕਿੰਨੀਆਂ ਨੇ ਆਪਣੇ ਕੋਲੇ 100%। ਉਸ ਤੋਂ ਬਾਅਦ ਬੱਚੋ ਇੱਕ ਕੈਂਡੀਡੇਟ ਆ, ਇੱਕ ਕੈਂਡੀਡੇਟ ਨੇ 26% ਪ੍ਰਾਪਤ ਕਰ ਲਈਆਂ ਤਾਂ ਦੂਜੇ ਨੇ ਬੱਚੋ ਕਿੰਨੀਆਂ ਕੀਤੀਆਂ ਹੋਣਗੀਆਂ 100 ਦੇ ਵਿੱਚੋਂ 26 ਮਾਈਨਸ ਕਰਾਏ ਤਾਂ ਕਿੰਨੀਆਂ ਰਹਿ ਗਈਆਂ ਬੱਚੋ 74, ਦੂਸਰੇ ਨੇ ਬੱਚੋ ਕਿੰਨੀਆਂ ਕੀਤੀਆਂ ਹੋਣਗੀਆਂ 74, ਇੱਕ ਨੂੰ ਬੱਚੋ ਇੱਕ ਕੈਂਡੀਡੇਟ ਨੂੰ ਕਿੰਨੀਆਂ ਆ ਗਈਆਂ 26% ਆ ਗਈਆਂ ਤਾਂ ਦੂਸਰੇ ਨੂੰ ਬੱਚੋ ਕਿੰਨੀਆਂ ਆਉਣਗੀਆਂ 74%। ਹੁਣ ਅੱਗੇ ਕਿਹਾ ਬੱਚੋ ਜਿਹੜਾ ਹਾਰਿਆਗਾ ਉਹ ਕਿੰਨੀਆਂ ਵੋਟਾਂ ਨਾਲ ਹਾਰਿਆਗਾ 2280 ਨਾਲ, ਕਿੰਨੀਆਂ ਵੋਟਾਂ ਨਾਲ ਹਾਰਿਆ ਬੱਚੋ 2280 ਨਾਲ। ਦੇਖੋ ਬੱਚੋ ਕਿੰਨੇ ਪਰਸੈਂਟ ਦਾ ਅੰਤਰ ਹੈ ਇਹਨਾਂ ਦੇ ਵਿੱਚ, 74 ਦੇ ਵਿੱਚੋਂ ਜਦੋਂ 26 ਨੂੰ ਮੈਂ ਮਾਈਨਸ ਕਰੂੰਗਾ ਤਾਂ ਬੱਚੋ ਕਿੰਨਾ ਬਣ ਗਿਆ 8, ਆ ਕਿੰਨਾ ਬਣ ਗਿਆ 6 4 ਤਾਂ ਕਿੰਨੇ ਦਾ ਬੱਚੋ 48%। ਆਪਣੇ ਹਿਸਾਬ ਨਾਲ ਜਿਹੜਾ ਕੈਂਡੀਡੇਟ ਹੈ ਜਿਹੜਾ ਉਮੀਦਵਾਰ ਹਾਰਿਆ ਬੱਚੋ 48% ਵੋਟਾਂ ਦੇ ਨਾਲ ਹਾਰੇਗਾ। 48% ਆਪਣੇ ਕੋਲ ਕਿਹਦੇ ਬਰਾਬਰ ਨੇ ਬੱਚੋ 2280, 48 ਕਿਹਦੇ ਬਰਾਬਰ ਨੇ ਬੱਚੋ 2280, 48% ਕਿਹਦੇ ਬਰਾਬਰ ਹੈ 2280 ਦੇ ਬਰਾਬਰ। ਅੱਗੇ ਪੁੱਛਿਆ ਬੱਚੋ फाइंड द टोटल वोट्स, टोटल वोटां बच्चों कितनियां होंगियां 100%, टोटल कितनियां ने 100%। 48% बच्चों किहदे बराबर अपना 2280, किहदे बराबर बच्चों 2280, 1% किहदे बराबर हो गया 2280 बटा कितना आ गया बच्चों 48, टोटल वोटां कितनियां बच्चों 100%, टोटल वोट्स कितनियां ने बच्चों अपने कोले 100%। ठीक है, हुण देखो सॉल्व करदे हां बच्चों आपां 12 ते कैंसिल करदे हां, 12 चौक 48, 12 एकम 12, ठीक है 10 बज गए, 12 8 96, 12 9 108 नाल लगी बच्चों 0, ठीक है नाल की लगी 0। उस तो बाद अगे कैंसिल करते हैं बच्चों, किने दे गया 25 ते, किने दे गया बच्चों 25 ते 19 दी मल्टीप्लाई करते हैं 25 को 25 आ गया, ठीक है 25 ना बच्चों कितना होगा 225, कितना आ गया 5 7 कितना आ गया 4 नाल लगी 0, तो आंसर कितना आ गया बच्चों अपने को 4750। आंसर कितना होगा बच्चों डी वाला 4750, 4750 अपना आंसर होगा। टोटल बच्चों ਜਿਹੜੀਆਂ ਵੋਟਾਂ ਆਪਾਂ ਕਾਸਟਿੰਗ ਕਰਦੇ ਆ, ਟੋਟਲ ਜਿਹੜੀਆਂ ਵੋਟਾਂ ਪੈਂਦੀਆਂ ਨੇ ਉਹ ਕਿੰਨੀਆਂ ਹੁੰਦੀਆਂ 100%। ਜੇ ਦੋ ਕੈਂਡੀਡੇਟ ਖੜੇ ਹੋਣ ਇਲੈਕਸ਼ਨ ਦੇ ਵਿੱਚ, ਇੱਕ ਨੂੰ ਬੱਚੋ 26% ਪੈ ਗਿਆ ਤਾਂ ਦੂਸਰੇ ਨੂੰ ਕਿੰਨੇ ਪੈ ਗਿਆ 74%। ਦੋਵਾਂ ਦੇ ਵਿੱਚ ਅੰਤਰ ਕਿੰਨੇ ਦਾ ਬੱਚੋ 48%।
48% किहदे बराबर बच्चों 2280 ਦੇ ਬਰਾਬਰ 1% ਬੱਚੋ ਕਿਹਦੇ ਬਰਾਬਰ ਆਊਗਾ ਆਪਾਂ ਕਹਾਂਗੇ 2280 ਬਟਾ ਕਿੰਨਾ ਆਊਗਾ 48 ਆਪਾਂ ਕੱਢਣਾ 100% ਜਿਹੜੀਆਂ ਇਲੈਕਸ਼ਨ ਦੇ ਵਿੱਚ ਟੋਟਲ ਵੋਟਾਂ ਹੁੰਦੀਆਂ ਬੱਚੋ ਕਿੰਨਾ ਹੁੰਦਾਗਾ 100% ਠੀਕ ਹੈ। ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਬੱਚੋ। ਹਾਂਜੀ ਬੱਚੋ ਬਿਲਕੁਲ ਸਿੰਪਲ ਸਵਾਲ ਹੈ ਪਰਸੈਂਟੇਜ ਦਾ ਪਰ ਕਾਂਸਟੇਬਲ ਦੇ ਲੈਵਲ ਦਾ ਸਵਾਲ ਆ। ਇਸ ਤਰ੍ਹਾਂ ਦਾ ਸਵਾਲ ਆਪਾਂ ਨੂੰ ਪੇਪਰ ਦੇ ਵਿੱਚ ਬੱਚੋ ਦੇਖਣ ਨੂੰ ਮਿਲੂਗਾ। ਕਹਿੰਦੇ ਤੇ ਆਰ 160 ਸਟੂਡੈਂਟ ਇਨ ਦਾ ਕਲਾਸ ਬੱਚੋ ਇੱਕ ਕਲਾਸ ਹੈ ਇੱਕ ਆਪਣੇ ਕੋਲ ਕਲਾਸ ਹੈ ਉਹਦੇ ਵਿੱਚ ਬੱਚੋ ਕਿੰਨੇ ਬੱਚੇ ਨੇ ਇੱਕ ਆਪਣੇ ਕੋਲ ਜਮਾਤ ਆ ਉਹਦੇ ਵਿੱਚ 160 ਟੋਟਲ ਬੱਚੇ ਨੇ ਬੱਚੋ 160 ਉਹਦੇ ਵਿੱਚੋਂ ਬੱਚੋ ਆਊਟ ਆਫ 70 ਆਰ ਕੁੜੀਆਂ गर्ल च बच्चों किन्नियां ने कुड़ियां किन्नियां ने बच्चों 70 जे बच्चों कुड़ियां 70 आ गईयां कुड़ियां दी गिनती 70 है तो मुंडियां दी गिनती बच्चों कितनी होगी तो मुंडियां दी गिनती होगी 90 क्योंकि मैं 160 दे विचों 70 कढूंगा तो कितनी आ गई 90 तो बच्चों मैं कहूंगा कि जे लड़कियां ने तो अपन लिखिए लड़कियां दी बच्चों गिनती जे 70 है तो लड़कियां दी जेडी गिनती है बच्चों वो कितनी होगी 90 वो कितनी होगी बच्चों 90 ठीक है क्योंकि टोटल कितने ने 160 है। अगे बच्चों क्या व्हाट इज द फाइंड परसेंट ਆਪਾਂ परसेंट पता करनागा किदा कुड़ियां दी गिनती क्लास दे विचों कुड़ियां किन्ने परसेंट ने बच्चों ये पता करना परसेंटेज प्रतिशत पता करना होवे बच्चों प्रतिशत पता करना होवे ਤਾਂ ਆਪਾਂ ਕਰਦੇ ਹੁੰਦੇ ਜਿੰਨੇ ਪ੍ਰਾਪਤ ਹੋਣ अपॉन कुल इनटू बच्चों 100 परसेंटेज कुड़ियां किन्नियां ने बच्चों 70 कुल किन्ने ने बच्चों 160 इनटू 100 ये ਆਪਾਂ परसेंट ਕੱਢਦੇ ਹਾਂ। ਇਸ ਤਰ੍ਹਾਂ ਬੱਚਿਓ ਆਪਾਂ परसेंट ਸੋਲਵ ਕਰਦੇ ਹਾਂ। 0 ਦੇ ਨਾਲ ਬੱਚਿਓ 0 ਕੈਨਸਲ ਕੀਤੀ ਠੀਕ ਹੈ ਜੀ 0 ਦੇ ਨਾਲ 0 ਕੈਨਸਲ ਕੀਤੀ 25 ਚੌਕਾ 100 ਤੇ 16 ਚੌਕਾ ਆ ਗਿਆ ਠੀਕ ਹੈ 25 7 ਕਿੰਨਾ ਆ ਗਿਆ ਬੱਚਿਓ 175 ਬਟਾ ਕਿੰਨਾ ਬੱਚਿਓ 4 ਬਟੇ ਬੱਚਾ ਕਿੰਨਾ ਦਾ 4 ਹੁਣ ਦੇਖੋ ਆਪਾਂ ਕੈਨਸਲ ਕਰਦੇ ਹਾਂ ਇੱਕ ਚੌਕਾ ਚੌਕਾ ਚੌਕੀ 16 ठीक है बच्चों एक इधर आ गया 3 चौके 12 ठीक है कितना आ गया बच्चों 43 वाली ऑप्शन बच्चों अपनी बी वाली ऑप्शन अपना आंसर कितना होगा 43.75 बच्चों अपना आंसर आऊगा 43.75 अपना आंसर आऊगा। उस तो बाद अगे ਆਪਾਂ ਹਾਂਜੀ ਬੱਚਿਓ ਜਿਹੜੇ ਆਪਾਂ ਇਹ ਸਮ ਡਿਸਕਸ ਕੀਤੇ ਆ ਜਿਹੜੇ ਸਵਾਲ ਡਿਸਕਸ ਕੀਤੇ ਆ ਇਹ ਬਿਲਕੁਲ ਬੱਚਿਓ ਉਸ ਤਰ੍ਹਾਂ ਦੇ ਸਵਾਲ ਕੀਤੇ ਜਿਹੜੇ ਆਪਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੇ ਪੇਪਰ ਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਜੀ। ਜੇ ਤੁਹਾਨੂੰ ਬੱਚਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਵੀਡੀਓ ਨੂੰ ਦੇਖਣ ਲਈ ਬੱਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ।